ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੋਲਿਟੀ ਦਾ ਅਗਲਾ ਲੈਕਚਰ। ਠੀਕ ਹੈ ਜੀ। ਇਹ ਪੋਲਿਟੀ ਲੈਕਚਰ ਦੇ ਵਿੱਚ ਆਪਾਂ ਚਰਚਾ ਕਰਾਂਗੇ। ਅੱਜ ਅਗਲਾ ਟੌਪਿਕ ਹੈ ਆਪਣਾ ਪ੍ਰਸਤਾਵਨਾ। ਪ੍ਰਿੰਬਲ ਕਹਿੰਦੇ ਨੇ ਜਿਹਨੂੰ। ਪ੍ਰਿੰਬਲ ਕਿਸ ਨੂੰ ਕਿਹਾ ਜਾਂਦਾ, ਪ੍ਰਿੰਬਲ ਕਿਦੋਂ ਐਡ ਕੀਤਾ ਗਿਆ, ਕੀ ਰੂਲ ਨੇ ਪ੍ਰਿੰਬਲ ਦੇ। ਠੀਕ ਹੈ, ਇਹਦੇ ਬਾਰੇ ਪੜ੍ਹਾਂਗੇ। ਅਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਕਰ ਦਿਓ ਜੀ। ਇੱਕ ਮੈਂ ਸਭ ਤੋਂ ਪਹਿਲਾਂ ਗੱਲ ਇਹ ਕਰਨੀ ਸੀ, ਉਹਦੇ ਵਿੱਚ ਕਹਿੰਦੇ ਸਾਰੇ ਸਾਨੂੰ MCQ ਕਰਵਾ ਦਿਓ। ਪਹਿਲੇ MCQ ਕਰਵਾ ਦਿਓ ਬੱਚੋ। MCQ ਕਰਵਾਏ ਦਾ ਕੋਈ ਫਾਇਦਾ ਨਹੀਂ। MCQ ਤੁਹਾਡੇ ਸਾਰੇ ਜਾ ਕੇ ਸਾਫ਼ ਹੋ ਜਾਣਗੇ। MCQ ਕਰਵਾਊਂਗਾ ਮੈਂ ਆਪਣੇ ਨਾ ਰੀਜ਼ਨਿੰਗ ਇਹਦੇ ਆਪਣੇ ਪੋਲਿਟੀ ਦੇ ਆਪਣੇ ਘੱਟੋ ਘੱਟ 3 ਜਾਂ 4 ਲੈਕਚਰ ਰਹਿ ਗਏ। ਬਸ 3 ਜਾਂ 4 ਲੈਕਚਰ ਰਹਿ ਗਏ। ਮੇਰਾ ਇਹ ਕਿਹਾ ਕਿ ਮੰਡੇ ਤੱਕ ਮੈਂ ਸਾਰੀ ਰੀਜ਼ਨਿੰਗ ਆਪਣੀ ਪੋਲਿਟੀ ਆਪਣੀ ਨਿਬੇੜ ਦੂੰਗਾ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਡੇਲੀ ਤੁਹਾਨੂੰ ਮੈਂ ਜਿਓਗ੍ਰਾਫੀ, ਹਿਸਟਰੀ, ਪੋਲਿਟੀ, ਠੀਕ ਹੈ, ਇਹਨਾਂ ਤਿੰਨਾਂ ਦੇ ਰਲਵੇਂ ਮਿਲਵੇਂ ਤੁਹਾਨੂੰ ਮੈਂ ਡੇਲੀ 30 ਕਰੰਟ ਅਫੇਅਰ ਦੇ ਦਿਆ ਕਰੂੰਗਾ। ਜਾਂ ਕਰੰਟ 30 ਜਾਂ 40 ਕੁਐਸਚਨ ਦੇ ਦਿਆ ਕਰੂੰ ਡੇਲੀ। ਠੀਕ ਹੈ, ਜੇ ਕਹੋਗੇ 50 ਦੇ ਦਿਆ ਕਰੂੰ। ਦੂਜੀ ਆਪਸ਼ਨਾਂ ਵਾਈਜ਼ ਦੇ ਦਿਆ ਕਰੂੰ, ਐਂ ਕਰਕੇ ਆਪਸ਼ਨਾਂ ਦੇ ਕੇ ਨਾਲ। ਠੀਕ ਹੈ, ਇੱਕ ਟੈਸਟ ਦੀ ਤਰ੍ਹਾਂ। ਉਹ ਤੁਸੀਂ ਯਾਦ ਕਰ ਲਿਓ। ਜਿੱਦਣ ਆਪਣਾ ਪੇਪਰ ਹੋਣਾ ਉਦੋਂ ਆਪਣੇ ਘੱਟੋ ਘੱਟ ਉਹ 1000-1500 ਹੋ ਜਾਣਗੇ। ਬਸ 2-4 ਦਿਨ ਹੋਰ ਖੜ੍ਹ ਜਾਓ, ਕਿਉਂਕਿ ਆਪਣਾ ਦੇਖੋ ਹਿਸਟਰੀ ਆਪਾਂ ਨਿਬੇੜਤੀ। ਠੀਕ ਹੈ, ਪੋਲਿਟੀ ਵੀ ਆਪਣੀ ਨਿਬੜ ਗਈ ਲਗਭਗ। ਠੀਕ ਹੈ, ਬਸ 2-3 ਲੈਕਚਰ ਰਹਿ ਗਏ। ਇਸ ਤੋਂ ਬਾਅਦ ਆਪਣਾ ਕੀ ਰਹਿ ਗਿਆ, ਜਿਓਗ੍ਰਾਫੀ ਦੇ ਬਸ ਆਪਾਂ ਬਾਕੀ ਜਿਹੜੇ ਲੈਕਚਰ ਰਹਿ ਜਾਣਗੇ ਉਹ ਆਪਾਂ ਬਸ ਜਿੱਥੇ ਆਪਾਂ ਪੋਲਿਟੀ ਕੰਪਲੀਟ ਹੋ ਗਈ ਜਿਓਗ੍ਰਾਫੀ ਨੂੰ ਉਹਦੇ ਵਿੱਚ ਹੀ ਪਾ ਦਾਂਗੇ ਆਪਾਂ। ਠੀਕ ਹੈ, ਅਲੱਗ ਤੋਂ ਨਹੀਂ ਕਰਾਂਗੇ ਜਿਓਗ੍ਰਾਫੀ। ਜਿਵੇਂ ਹੁਣ ਅਲੱਗ ਤੋਂ ਕਰੀ ਜਾਂਦੇ ਭੂਗੋਲ, ਉਹ ਤਾਂ ਆਪਾਂ ਕਰਾਂਗੇ। ਅਤੇ ਪਰ ਜਿੱਦੇ ਆਪਣਾ ਇਹ ਖਤਮ ਹੋ ਗਿਆ ਉਹਦੇ ਉਹੀ MCQ ਜਿਹੜੇ ਉੱਧਰ ਕਰਵਾਉਣੇ ਮੈਂ ਉਹ ਵਿੱਚ ਪਾ ਦਿਆ ਕਰੂ ਤੁਹਾਨੂੰ ਟੈਸਟ ਦੇ। ਠੀਕ ਹੈ, ਤਾਂ ਆਪਣਾ ਰਾਮ ਮੈਂ ਇੱਕ ਲੈਕਚਰ ਹੋ ਜਾ ਕਰੂ ਸਾਰਿਆਂ ਦਾ, ਅਤੇ ਉਹ ਤੁਸੀਂ ਕਰ ਲਿਆ ਕਰੋ। ਓਕੇ ਜੀ, ਬਸ 1-2 ਦਿਨ ਹੋਰ ਸਬਰ ਕਰ ਲਓ, ਕਿਉਂਕਿ ਜਿੰਨਾ ਚਿਰ ਤੁਹਾਨੂੰ ਬਿਜਲੀ ਚੀਜ਼ ਦਾ ਪਤਾ ਨਹੀਂ ਲੱਗਦਾ ਨਾ ਉਹਨਾਂ ਟਾਈਮ ਕੁਛ ਨਹੀਂ ਪਤਾ ਲੱਗਣਾ। ਠੀਕ ਹੈ, ਆਪਣਾ ਕੰਮ ਸਿਰਫ ਇਕੱਲਾ ਰੱਟੇ ਲਾਉਣਾ ਨਹੀਂ ਹੈਗਾ, ਪੜ੍ਹਾਈ ਵੀ ਕਰਨ ਨਾਲ। ਦੇਖੋ ਪ੍ਰਿੰਬਲ ਦੀ ਗੱਲ ਕਰਾਂਗੇ। ਪ੍ਰਿੰਬਲ ਨੂੰ ਪੰਜਾਬੀ ਦੇ ਵਿੱਚ ਪ੍ਰਸਤਾਵਨਾ ਕਹਿ ਦਿੰਦੇ ਆ। ਪ੍ਰਿੰਬਲ ਦੀ ਉਤਪੱਤੀ ਲੈਟਿਨ ਸ਼ਬਦ, ਪਹਿਲੀ ਗੱਲ ਤਾਂ ਇਹ ਪ੍ਰਸ਼ਨ ਆ ਸਕਦਾ ਹੈ ਪ੍ਰਿੰਬਲ ਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ। ਲੈਟਿਨ ਸ਼ਬਦ ਤੋਂ ਹੋਈ ਹੈ। ਕਿਹੜਾ? ਪ੍ਰਿਬਲਸ ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਇੰਟਰੋਡਕਸ਼ਨ। ਇਹਦੇ ਵਿੱਚ ਸੰਵਿਧਾਨ ਬਾਰੇ ਦੱਸਿਆ ਗਿਆ ਹੈਗਾ। ਸੰਵਿਧਾਨ ਦੀ ਕੁੰਜੀ ਕਿਹਨੂੰ ਕਿਹਾ ਜਾਂਦਾ? ਸੰਵਿਧਾਨ ਦੀ ਕੁੰਜੀ ਕਿਹਨੂੰ ਕਿਹਾ ਜਾਂਦਾ? ਪ੍ਰਿੰਬਲ ਨੂੰ। ਪ੍ਰਿੰਬਲ ਕੀ ਹੈ? ਪ੍ਰਸਤਾਵਨਾ। ਓਕੇ, ਪ੍ਰਿੰਬਲ ਦੀ ਮੰਗ ਕਿਹਨੇ ਕੀਤੀ? ਦੂਸਰਾ ਪ੍ਰਸ਼ਨ ਇਹ ਬਣੂਗਾ। ਪ੍ਰਿੰਬਲ ਦੀ ਮੰਗ ਪੰਡਿਤ ਜਵਾਹਰ ਲਾਲ ਨਹਿਰੂ ਨੇ ਰੱਖੀ ਸੀ। ਉਹਨਾਂ ਨੇ ਸੰਵਿਧਾਨ ਦੇ ਪ੍ਰਤੀ ਆਪਣੇ ਸਾਰੇ ਉਦੇਸ਼ ਪ੍ਰਸਤਾਵਨਾ ਵਿੱਚ ਪਾਉਣ ਦੀ ਗੱਲ ਕਹੀ ਸੀ। ਠੀਕ ਹੈ, ਉਹਨਾਂ ਨੇ ਸੰਵਿਧਾਨ ਦੇ ਸਾਰੇ ਉਦੇਸ਼ ਸੀ ਉਹ ਕਹਿੰਦੇ ਪ੍ਰਸਤਾਵਨਾ ਦੇ ਵਿੱਚ ਪਾ ਦਿਓ ਇਹਨਾਂ ਨੂੰ। ਇਸ ਤਰ੍ਹਾਂ ਨਾਲ 13 ਦਸੰਬਰ 1946 ਦੇ ਵਿੱਚ ਪੰਡਿਤ ਜੀ ਨੇ ਓਬਜੈਕਟ ਰੈਜੂਲੇਸ਼ਨ ਪਾਸ ਕੀਤਾ। ਓਬਜੈਕਟ ਰੈਜੂਲੇਸ਼ਨ ਇਹਨਾਂ ਨੇ ਕਾਹਦੇ ਵਾਸਤੇ ਪਾਸ ਕੀਤਾ ਸੀ? ਪ੍ਰਸਤਾਵਨਾ ਲਈ ਇਹਨਾਂ ਨੇ ਓਬਜੈਕਟ ਰੈਜੂਲੇਸ਼ਨ ਪਾਸ ਕੀਤਾ ਸੀ। ਇਸ ਰੈਜੂਲੇਸ਼ਨ ਨੂੰ 22 ਜਨਵਰੀ 1947 ਨੂੰ ਪ੍ਰਸਤਾਵਨਾ ਵਿੱਚ ਜੋੜ ਲਿੱਤਾ ਗਿਆ। ਠੀਕ ਹੈ, ਸਭ ਤੋਂ ਪਹਿਲਾਂ ਰੈਜੂਲੇਸ਼ਨ ਦਿੱਤਾ ਸੀ। ਇਹ 'ਚ ਪ੍ਰਸ਼ਨ ਕੀ ਬਣਨਗੇ? ਇੱਕ ਤਾਂ ਬਣੂਗਾ ਪ੍ਰਿੰਬਲ ਬਾਰੇ, ਲੇਟਰ ਸ਼ਬਦ ਤੋਂ ਲਿੱਤਾ ਗਿਆ ਪ੍ਰਿੰਬਲਸ ਤੋਂ। ਦੂਜੀ ਗੱਲ ਕਿਹਨੇ ਰੱਖੀ ਸੀ ਇਹਦੀ ਮੰਗ? ਪੰਡਿਤ ਜਵਾਹਰ ਲਾਲ ਨਹਿਰੂ ਨੇ। ਕਿਹਦੇ ਦੁਆਰਾ? ਓਬਜੈਕਟ ਰੈਜੂਲੇਸ਼ਨ ਦੁਆਰਾ ਪਾਸ ਕਰਕੇ ਰੱਖੀ ਸੀ। ਠੀਕ ਹੈ, 13 ਦਸੰਬਰ 1946 ਨੂੰ। ਆਹ ਡੇਟਾ ਜ਼ਿਆਦਾ ਰਹਿੰਦੀਆਂ, ਰਹਿਣ ਤੋਂ ਨਹੀਂ ਛੱਡ ਦਿਓ ਭਾਵੇਂ। ਇਸ ਤੋਂ ਬਾਅਦ ਦੂਸਰਾ ਪ੍ਰਸ਼ਨ, ਅੱਜ ਤੱਕ ਇਸ ਵਿੱਚ ਇੱਕ ਵਾਰ ਸ਼ੋਧ ਹੋਇਆ। ਪ੍ਰਸ਼ਨ ਆਇਆ ਹੋਇਆ ਇਹ ਕਿ ਪ੍ਰਿੰਬਲ ਵਿੱਚ ਹੁਣ ਤੱਕ ਕਿੰਨੇ ਵਾਰੀ ਸ਼ੋਧ ਹੋ ਚੁੱਕਿਆ? ਪ੍ਰਿੰਬਲ ਵਿੱਚ ਹੁਣ ਤੱਕ ਸਿਰਫ ਇੱਕ ਵਾਰੀ ਸ਼ੋਧ ਹੋਇਆ ਹੈਗਾ। ਉਹ ਕਦੋਂ ਹੋਇਆ ਹੈਗਾ? ਇਹ ਸ਼ੋਧ 42ਵੇਂ ਸੰਸ਼ੋਧਨ 1976 ਦੇ ਵਿੱਚ ਹੋਇਆ ਹੈਗਾ, ਜਿਸ ਨਾਲ ਇਸ ਦੇ ਵਿੱਚ 3 ਨਵੇਂ ਸ਼ਬਦਾਂ ਵਿੱਚ ਜੋੜ ਦਿੱਤੇ ਗਏ ਸਨ। ਕਿਹੜੇ? ਸੋਸ਼ਲਿਸਟ, ਸੈਕੂਲਰ, ਇੰਟੀਗ੍ਰਿਟੀ। ਸਮਾਜ ਨਿਰਪੱਖ, ਆਪਣਾ ਭਾਈਚਾਰਾ ਹੋ ਗਿਆ ਜਿਵੇਂ। ਠੀਕ ਹੈ, ਇਹ ਚੀਜ਼ਾਂ ਹੋਈਆਂ ਇੰਟੀਗ੍ਰਿਟੀ ਦੇ ਵਿੱਚ। ਇਸ ਤੋਂ ਬਾਅਦ 3 ਸ਼ਬਦ ਜੋੜੇ ਗਏ, ਯਾਦ ਕਰ ਲਓ। ਸੋਸ਼ਲਿਸਟ, ਸੈਕੂਲਰ, ਇੰਟੀਗ੍ਰਿਟੀ। ਇਸ ਤੋਂ ਬਾਅਦ ਪ੍ਰਿੰਬਲ ਹੈ ਜਿਹੜਾ ਆਪਣਾ ਕਿੱਥੋਂ ਸ਼ੁਰੂ ਹੁੰਦਾ ਗਾ? ਪ੍ਰਿੰਬਲ ਦੀ ਆਪਣੀ ਪਹਿਲੀ ਲਾਈਨ ਹੈਗੀ ਹੈ, ਹਮ ਭਾਰਤ ਦੇ ਲੋਕ, ਵੀ ਆਰ ਪੀਪਲ। ਇੰਡੀਅਨ ਕੌਨਸਟੀਟਿਊਸ਼ਨ ਦੇ ਸੋਰਸ ਬਾਰੇ ਦੱਸਦਾ ਹੈ। ਪ੍ਰਿੰਬਲ ਕੀ ਦੱਸਦਾ? ਜਿਹੜਾ ਆਪਣੀ ਇੰਡੀਅਨ ਕੌਨਸਟੀਟਿਊਸ਼ਨ ਆਪਣਾ ਭਾਰਤੀ ਸੰਵਿਧਾਨ ਹੈ ਉਹਦੇ ਬਾਰੇ ਬਾਰੇ ਦੱਸਦਾ ਹੈ ਬੱਚਿਓ। ਉਹਦੇ ਸੋਰਸ ਬਾਰੇ ਦੱਸਦਾ ਕਿ ਕਿੱਥੋਂ ਕਿੱਥੋਂ ਲੈਤਾ ਗਿਆ, ਕੀ ਕੁਛ ਹੈਗਾ। ਸੰਵਿਧਾਨ ਦੀ ਕੁੰਜੀ ਕਿਹਨੂੰ ਕਿਹਾ ਜਾਂਦਾ ਹੈ? ਪ੍ਰਿੰਬਲ ਨੂੰ। ਇਸ ਤੋਂ ਬਾਅਦ ਇੰਡੀਅਨ ਕੌਨਸਟੀਟਿਊਸ਼ਨ ਦੇ ਨੇਚਰ ਦੱਸਣ ਵਾਲੇ ਸ਼ਬਦ ਹਨ ਸੋਵਰੀਅਨ, ਸੋਸ਼ਲਿਸਟ, ਡੈਮੋਕ੍ਰੇਟਿਕ, ਸੈਕੂਲਰ, ਰਿਪਬਲਿਕ। ਸੋਵਰੀਅਨ ਇੱਕ ਧਰਮ ਆਪਣਾ ਇੱਕ ਅਲੱਗ ਤੋਂ ਦੇਸ਼ ਹੈਗਾ। ਠੀਕ ਹੈ, ਸੋਸ਼ਲਿਸਟ ਮੈਨੇ ਧਰਮ ਸਮਾਜਿਕ, ਡੈਮੋਕ੍ਰੈਟਿਕ ਮੈਨੇ ਲੋਕਾਂ ਦੀ ਚੱਲਦੀ ਹੈ ਇੱਥੇ, ਸੈਕੂਲਰ ਮੈਨੇ ਧਰਮ ਨਿਰਪੱਖ ਜਾਂ ਇੱਕ ਅਲੱਗ, ਰਿਪਬਲਿਕ ਲੋਕਵਾਦੀ। ਠੀਕ ਹੈ, ਇਸ ਦੇ ਓਬਜੈਕਟ ਕਿਹੜੇ ਕਿਹੜੇ ਆ? ਇਹਦੇ ਓਬਜੈਕਟ ਹਨ ਜਸਟਿਸ, ਇਕੁਐਲਿਟੀ, ਲਿਬਰਟੀ, ਫੈਟਰਨਿਟੀ। ਠੀਕ ਹੈ, ਫੈਟਰਨਿਟੀ। ਇਹ ਤਿੰਨੇ ਪੁੱਛ ਸਕਦੇ ਨੇ। ਹੁਣ ਪ੍ਰਸਤਾਵਨਾ ਦੇ ਕੁਝ ਸ਼ਬਦਾਂ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਉਹ ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਸੋਵਰੀਅਨ। ਸੋਵਰੀਅਨ ਦਾ ਕੀ ਮਤਲਬ ਹੁੰਦਾ? ਸੋਵਰੀਅਨ ਦਾ ਮਤਲਬ ਇਹ ਹੁੰਦਾ ਪੁੱਤਰੋ ਕਿ ਜਿਹੜਾ ਆਪਣਾ ਭਾਰਤ ਹੈਗਾ ਇਹ ਇੱਕ ਇੰਡੀਪੈਂਡੈਂਟ ਦੇਸ਼ ਹੈਗਾ। ਇੰਡੀਪੈਂਡੈਂਟ ਦੇਸ਼ ਹੈ, ਕਹਿੰਦਾ ਮਤਲਬ ਕਿ ਆਤਮ ਨਿਰਭਰ ਦੇਸ਼ ਹੈ ਇਹ, ਆਤਮ ਨਿਰਭਰ।
ਕੋਈ ਵੀ ਭਾਰਤ ਦਾ ਮਸਲਾ ਹੈਗਾ, ਕੋਈ ਵੀ ਭਾਰਤ ਦਾ ਕੋਈ ਵੀ ਅੰਦਰੂਨੀ ਮਸਲਾ, ਠੀਕ ਹੈ, ਉਹ ਇਹ ਭਾਰਤ ਦੀ ਜਿਹੜੀ ਸੰਸਦ ਹੈ ਜਾਂ ਪਾਰਲੀਮੈਂਟ ਹੈ ਜਾਂ ਇਹਦੇ ਜਿਹੜੇ ਵੀ ਅਹੁਦੇਦਾਰ ਹੈ ਉਹ ਆਪਦੇ ਆਪ ਹੀ ਉਹ ਮਸਲੇ ਨੂੰ ਹੱਲ ਕਰ ਸਕਦੇ ਨੇ, ਉਹ ਮਸਲੇ ਨੂੰ ਹੱਲ ਕਰ ਸਕਦੇ ਨੇ ਆਪਣੇ ਆਪ ਹੀ, ਠੀਕ ਹੈ। ਉਹਨਾਂ ਨੂੰ ਕਿਸੇ ਬਾਹਰਲੇ ਦੇਸ਼ ਦੀ ਹੈਲਪ ਦੀ ਲੋੜ ਨਹੀਂ, ਨਾ ਹੀ ਕੋਈ ਬਾਹਰਲਾ ਦੇਸ਼ ਇਹਨਾਂ ਦੇ ਕਿਸੇ ਆਪਣੇ ਇੰਡੀਆ ਦੇ ਕੰਮ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰ ਸਕਦਾ ਹੈਗਾ। ਇਹਦਾ ਮਤਲਬ ਹੈਗਾ ਸੋਵਰੀਅਨ। ਸੋਵਰੀਅਨ ਦਾ ਮਤਲਬ ਇਹ ਹੁੰਦਾ ਹੈ, ਠੀਕ ਹੈ, ਇੰਡੀਪੈਂਡੈਂਟ ਕੰਟਰੀ ਹੈ। ਇਸ ਵਿੱਚ ਦੱਸਿਆ ਹੈ ਕਿ ਇੰਡੀਆ ਇੱਕ ਧਰਮ ਨਿਰਪੱਖ ਦੇਸ਼ ਹੈ ਜੋ ਆਪਣੇ ਮਸਲੇ ਆਪ ਹੱਲ ਕਰ ਸਕਦੀ ਹੈ। ਇਸ ਤੋਂ ਬਾਅਦ ਸੋਸ਼ਲਿਸਟ। ਸੋਸ਼ਲਿਸਟ ਮੈਂ ਤੁਹਾਨੂੰ ਦੱਸ ਕੇ ਸਮਾਜਵਾਦੀ, ਇਹਨੂੰ 42ਵੇਂ ਅਮੈਂਡਮੈਂਟ ਦੁਆਰਾ ਜੋੜਿਆ ਗਿਆ ਹੈ। ਭਾਰਤ ਇੱਕ ਕੀ ਹੈ, ਬਿੱਲ ਫਾਰ ਸਟੇਟ ਹੈ। ਵੈਲਫੇਅਰ ਬਾਰੇ ਸਾਰੇ ਕੰਮ ਕਾਜ 'ਚ ਆਉਂਦੇ ਆ 36 ਤੋਂ ਲੈ ਕੇ 51 ਤੱਕ। ਪਾਰਟ ਚੌਥੇ ਦੇ ਵਿੱਚ ਕਿਹਦੇ ਵਿੱਚ, DPSP ਦੇ ਵਿੱਚ। ਇਸ ਤੋਂ ਬਾਅਦ ਸੈਕੂਲਰ ਦਾ ਕੀ ਮਤਲਬ ਹੈ, ਮਤਲਬ ਵੀ ਯਾਦ ਰੱਖਣਾ, ਸੈਕੂਲਰ ਵੀ 42ਵੇਂ ਦੁਆਰਾ ਜੋੜਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਭਾਰਤ की स्टेट का कोई भी अपना धर्म नहीं होगा, स्टेट का अपना कोई भी धर्म नहीं होगा, क्योंकि मतलब जिमें मेरा अपना ला लो पंजाब आ जिमें अपना, ठीक है, पंजाब का इधर नहीं क्योंकि अलग धर्म है, हिंदू भी है, मुस्लिम भी है, ईसाई भी है, सिख भी है, ठीक है, सारे का आपका धर्म सारे हो आज़ादी हैगी, आपका धर्म जिमें मर्जी मन सकते हैं, ठीक है, चाहे किसी होर धर्म के भी प्रवेश कर सकते, चाहे आपका धर्म मन सकते हैं, ठीक है, उन्होंने कोई नहीं हटा सकता। सैकूलर के दसता। इस तो बाद डेमोक्रेसी। डेमोक्रेसी का मतलब तुम समझ रहे हो कि जी सरकार है वो लोगों द्वारा बनाई जाऊगी, ये नहीं है इत्थे भाईचारा नहीं, चाचा भतीजावाद नहीं है, ठीक है, चाचा भतीजावाद ये होंदा है कि कोई गाहां दी गाहां अपने चाचे भतीजे मामे भांजे नूं बनाई जाए, तो वो काम नहीं है इत्थे। पर अपने डेमोक्रेसी का घाण करिया पिया, तुहानूं पता ही हैगा, एक टब्बर दे हुण देखो एक ही टब्बर सारे राज करी जांदा शुरू तो, जे आपां देखदे हां। रिपब्लिक। रिपब्लिक दे विच आ गया जिहड़ा हैड ऑफ स्टेट है, हैड ऑफ स्टेट वो किहदे द्वारा कराया जाऊगा, हैड ऑफ स्टेट इलैक्टेड होगा। इलैक्टेड कहना मतलब चुनिया होया होगा हैड ऑफ स्टेट, जिवें आपां CM चुनते हैं जां आपां PM चुनते हैं, ठीक है, ये आपां लोकां द्वारा ही चुनिया जांदा, ऐ तां नहीं है सुत्ता उठ के आ जांदा वो, ठीक है, तो लोकां दा इलैक्टेड होगा। रिपब्लिक दे विच ये गल कही गई है, ठीक है जी। इस तो बाद आपां गल करते हैं आर्टिकल 368 है जिहड़ा, ਇਹ ਜਿਹੜਾ ਵੀ ਕੋਈ ਸੰਸ਼ੋਧਨ ਹੁੰਦਾ ਬੱਚੇ ਗੱਲ ਯਾਦ ਰੱਖਣੀ ਹੈ, ਆਰਟੀਕਲ 68 ਦੇ ਵਿੱਚ ਆਉਂਦਾ। ਜਿਹੜਾ ਵੀ ਕੋਈ ਮਤਲਬ ਕੋਈ ਨਵਾਂ ਬਿੱਲ ਲਿਆਂਦਾ ਜਾਂਦਾ, ਕੋਈ ਕਿਸੇ ਬਿੱਲ ਦੇ ਵਿੱਚ ਸੋਧ ਕੀਤੀ ਜਾਂਦੀ ਹੈ, ਠੀਕ ਹੈ, ਜਿਵੇਂ ਆਪਣਾ ਖੇਤੀਬਾੜੀ ਵਾਲੇ ਬਿੱਲ ਲੈ ਕੇ ਆਈ ਹੈ ਮੋਦੀ ਸਰਕਾਰ, ਜਾਂ ਹੋਰ ਵੀ ਕੋਈ ਵੀ ਬਿੱਲ ਲੈ ਕੇ ਆਉਂਦੇ ਆ, ਜਿਵੇਂ GST ਲੈ ਕੇ ਆਈ ਸੀ, ਨੋਟਬੰਦੀ ਲੈ ਕੇ ਆਈ ਸੀ, ਇਹ ਸਾਰੇ ਬਿੱਲ 338 ਆਰਟੀਕਲ ਦੇ ਅੰਡਰ ਆਉਂਦੇ ਆ। 368 ਆਰਟੀਕਲ 368 ਆਰਟੀਕਲ ਦੇ ਅੰਡਰ ਆਉਂਦੇ। 368 ਆਰਟੀਕਲ ਦੇ ਵਿੱਚ ਕੀ ਹੁੰਦਾ ਗਾ ਕਿ ਸੰਵਿਧਾਨ ਦੇ ਕਿਸੇ ਵੀ ਆਰਟੀਕਲ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਆਰਟੀਕਲ 368 ਦੇ ਅਨੁਸਾਰ, ठीक है। पर फंडामेंटल राइट जिवें तुहानूं दस के फंडामेंटल राइट दे विच नहीं की जा सकती। आर्टिकल आपां 13 च पढ़ के गए हैं कि जेकर कोई फंडामेंटल राइट दे विच शोध करना चाहूगा तो नाल दे नाल ही जीरो मन्निया जाऊगा, ठीक है, वो पढ़ के गए हैं, तो दूसरे सारे च कर सकते हैं। ये की कहते आर्टिकल 368 में पार्लीमेंट ने उस संविधान में संशोधन कर सकती है, जो प्रस्तावना है संविधान का हिस्सा नहीं है, इसलिए इसमें संशोधन नहीं किया जा सकता। पर बाद ਵਿੱਚ ਕੀ ਹੋਇਆ, ਪ੍ਰਸਤਾਵਨਾ ਨੂੰ ਸੰਵਿਧਾਨ ਦਾ ਹਿੱਸਾ ਮੰਨ ਲਿਆ, ਕਿਉਂਕਿ ਇਸ ਨੂੰ ਵੀ ਸੰਵਿਧਾਨ ਵਾਂਗੂ ਲਾਗੂ ਕੀਤਾ ਗਿਆ ਸੀ, ਇਸ ਲਈ ਹੁਣ ਇਸ ਵਿੱਚ ਸੰਸ਼ੋਧਨ ਕੀਤਾ ਜਾ ਸਕਦਾ ਹੈ। ਇਹ ਸੰਵਿਧਾਨ ਦਾ ਹਿੱਸਾ ਹੈ। ਇਹ ਕੇਸ਼ਵ ਨੰਦ ਭਾਰਤੀ ਦੇ ਕੇਸ ਵਿੱਚ ਕਿਹਾ ਗਿਆ ਸੀ। ਜਿਹੜਾ ਕੇਸ਼ਵ ਨੰਦ ਭਾਰਤੀ ਦਾ ਕੇਸ ਹੋਇਆ ਸੀ ਉਹਦੇ ਵਿੱਚ ਸੰਵਿਧਾਨ ਨੂੰ ਇੱਕ ਤਰ੍ਹਾਂ ਝੰਜੋੜਤਾ ਉਹਨਾਂ ਨੇ, ਠੀਕ ਹੈ, ਕਿ ਜਿਹੜੇ ਗਾਣ ਬਣੇ ਉਹਨੇ ਗਲਤੀਆਂ ਫਲਤੀਆਂ ਸੀ ਉਹ ਵੀ ਉਹਨਾਂ ਨੇ ਕਢਵਾ ਦਿੱਤੀਆਂ ਕਹਿ ਕੇ। ਦੇਖੋ ਇਸ ਤੋਂ ਬਾਅਦ ਸੰਵਿਧਾਨ ਬਾਰੇ ਦੇਖ ਲਓ। ਸੰਵਿਧਾਨ ਨੂੰ ਕੀ ਕਿਹਾ, ਪ੍ਰਸਤਾਵਨਾ ਨੂੰ ਸੰਵਿਧਾਨ ਦੀ ਕੁੰਜੀ ਕਿਹਾ ਗਿਆ ਹੈ, ठीक है, संविधान नहीं गलत लिखा गया, प्रस्तावना कहा गया, प्रस्तावना संविधान की कुंजी कहा गया है, ये गल याद रखनी है, ठीक है। इस तो बाद प्रस्तावना के अनुसार संविधान के अधीन शक्तियों केंद्र बिंदु भारत के लोग हैं, जिवें प्रस्तावना में दस्सिया गया जिहड़ियां शक्तियां आईयां प्रस्तावना दीआं उहदा केंद्र बिंदु कोण भारत के लोगों को सब तो ज़्यादा ताकत है, पर अपने लोगों को कहना चाहिए नहीं सी, इन्नी अकल है नहीं। पता की चक्कर हैगा, अपने को एड्डी बड़ी शक्ति दी है भगत सिंह करके फांसियां ते चढ़ के वोट अधिकार पाने के वास्ते, पर आप की करते हैं उही गल वोटां तो एक दिन पहला बोतलां शराब दीआं पी लियां है ना, डक ले, भुक्की खा ली, फीम खा ली, गोलियां खा लियां, ठीक है, अपने लोग डक के पै जाते हैं, दूसरे दिन ऐं लद के लैके आते होंगे, जिवें रेहड़ी च सिलेंडर नहीं लैके आते होंगे, आए पाए होंगे, एक रेहड़ी के 5-7 सिੱਟ के लाई आते होंगे। तां करके आप ये गल्लां घाण कर रहे हैं अपने लोग, ठीक है। भारत के लोगों को सब तो ज़्यादा पावर है, 2 मिनट के सरकार बना भी सकते, 2 मिनट के सरकार ढा भी सकते। रौला सारा काहदा गा,
भाईचारे का एके का रौला सारा। ठीक है, संविधान के स्रोतों बारे गल करांगे। देखो सब तो पहले आप प्रिंबल बारे दोबारा फिर चर्चा कर लें एक बार। प्रिंबल की है बच्चों, प्रिंबल इस तो लेता गया है। ठीक है, नेहरू जी ने यदी रिपोर्ट पेश की, ऑब्जेक्ट रेगूलेशन पास किया। ठीक है, ये हजे तक एक बार शोध हुई है। ये शोध जी हुई है, ये हुई है भाई 42वें संशोधन 1976 के। 3 नवे शब्द जुड़े गए, सोशलिस्ट, सैकुलर, इंटीग्रिटी। ओके, इस तो बाद प्रिंबल के सब तो शुरू कितों का प्रिंबल, वी आर पीपल, भारत के लोग। ठीक है, इस तो बाद आ दसन ये करें वैसे सोवियन, सोशलिस्ट, डेमोक्रेटिक, सैकुलर, रिपब्लिक बारे दसिया गया। इसे ऑब्जेक्ट कहते हैं जस्टिस, इक्वलिटी, लिबर्टी, फैटरलिटी। ये 4 आ सकते हैं पुत्रों। ठीक है, चारे ना याद कर लो। हुण असीं प्रस्तावना के कुछ शब्दों बारे पढ़िया, सोवियन बारे पढ़िया गा, इंडिपेंडेंट कंट्री है भाई, सोशलिस्ट बारे पढ़ लिया, सैकुलर बारे, डेमोक्रेसी, रिपब्लिक। 368 आर्टिकल के द्वारा किसी भी संविधान के शोध की जा सकती है। ठीक है, हुण अपना कि संविधान के स्रोत किहड़े स्रोत, किहड़े देशों का किहड़ा संविधान लेता। सब तो पहले अमरीका तो किहड़ा लेता, USA को कहना, अमरीका को USA कहना, यूनाइटेड स्टेट ऑफ अमरीका। सब तो पहले आप जिहड़े मौलिक अधिकार है, अपने फंडामेंटल राइट है, फंडामेंटल राइट आप कितों लेते हैं, अमरीका तो लेते हैं। अपनी डायरेक्ट आ सकता है। उप राष्ट्रपति का पद होना चाहिए, ये कितों लेता है, अमरीका तो लेता है। राष्ट्रपति को हटाया जा सकता है। ठीक है, इनू इंपीचमेंट पुछ लेंगे कि इंपीच राष्ट्रपति की इंपीचमेंट किहड़े आर्टिकल के आती। आर्टिकल 68 के अनुसार आप आर्टिकल 61 के अनुसार भी आप राष्ट्रपति को गद्दी तो ला के परे मार सकते हैं। ठीक है, जोड़े न्यायाधीश बैठे अपने जज बैठे सुप्रीम कोर्ट के उन्होंने भी आप हटा सकते हैं 124 4 आर्टिकल के अंडर उन्होंने महाभियोग पा के। ठीक है जी, जिवें हुण राष्ट्रपति को हटाउणा, इहदा बिल संसद के पेश किया जाऊगा। संसद के जे 51% लोगों ने कहता कि इहनूं हटाउणा चाहिए, 50% लोगों ने कहते नहीं हटाउणा चाहिए, जिहड़े 51% लोगों की सुनी जाऊगी, जिहदी ज़्यादा बहुमत होगी। ठीक है, कोर्ट अपने फैसले लिए आज़ाद होगा। ठीक है, मतलब कहने का मतलब कि जो कोर्ट है वो एक अलग होगा, फैडरल होगा, कि मतलब कोई फैसला सुनाना उन्होंने वो धर्म डर बिना डर तो सुना सकते हैं। ठीक है, कि नहीं होगा कि उत्ते सरकार का जोर होगा। पर अज के टाइम जो उल्टा गल्लां सारियां ये कि सरकार पूरा प्रैशर बना के रखती है कोर्टां के कचहरियां ते। ठीक है, इस तो बाद आ गया ब्रिटेन। ब्रिटेन तो आप की लेता है, ब्रिटेन को UK भी कह देंगे हैं। ठीक है, सिंगल सिटीजनशिप की तो लेती है, ब्रिटेन तो लेती है। रिट पा सकते हैं आप। एक कितों लेता गया, राइट ऑफ कॉन्स्टिट्यूशन रेमिडी, आर्टिकल 32 को कहते हैं। आर्टिकल 32 तो 226 के अंडर आप RTI पा सकते हैं, रिट पा सकते हैं। ठीक है, आप रूल ऑफ लॉ, ਜਿਹੜੇ भी रूलों के ला वो सारे आपको मनने पैणगे ਜਿਹੜੇ बने हुए हैं। इस तो बाद आप आयरलैंड तो की लेता गा, आयरलैंड को आप किया गा लेता DPSP की डायरेक्टिव प्रिंसीपल ऑफ स्टेट पॉलिसी 36 ਤੋਂ ਲੈ ਕੇ 51 तक। पार्ट चौथे के आते हैं, बिल फेयर के सारे काम ये आ जाते हैं। ठीक है, मैथड ऑफ इलैक्शन प्रेजिडेंट, पिछड़ा आ जाता है कि प्रेजिडेंट की इलैक्शन है वो किहड़े आर्टिकल के आती है, आर्टिकल 55 के। प्रेजिडेंट चुनिया किवें जाता, प्रेजिडेंट होंदा राष्ट्रपति। ठीक है, इहदियां वोटां आप नहीं पा सकते, इहदियां वोटां MLA इलैक्टेड MLA या MP पा सकते हैं। उन्हां दे विच जिहदियां सब तो वध वोटां पैणगीਆਂ तां उदों यह चुनिया जाता हुंदा प्रेजिडेंट। ठीक है, मैंबर ऑफ नोमीनेशन ऑफ राज सभा, जिहड़े राज सभा के मैंबर होंदे आ ये भी नोमीनेशन किए जाते हैं। ठीक है, जिवें हुण अपने कितनियां राज सभा ने कितनियां सीटां, अपने 7 सीटां राज सभा दी। राज सभा का 2/3 मैंबर हरेक 2 साल बाद चेंज हो जाते होंगे। ठीक है, 2/3 मैंबर राज सभा के। तो राज सभा का कार्यकाल कितना होंदा गा, 6 साल का होंदा है। तो राज सभा को कदे भी भंग नहीं किया जा सकता, इन्हां दी चोण डायरैक्ट होंदी है, इन्हां दी कोई वोटां नहीं पैंदियां इन्हां दियां। इस तो बाद जर्मनी में आप कहते हैं वीमर कॉन्स्टिट्यूशन भी कह देंगे हैं कि बस हम जर्मनी ना आए, वीमर आ जाए। ठीक है, एमरजेंसी के टाइम मौलिक अधिकार सस्पेंड हो सकते हैं कि पर मौलिक अधिकार सस्पेंड हो सकते हैं, पर 19 ते 21 ये 2 आर्टिकल है, 2 फंडामेंटल राइटां के आर्टिकल है जोड़े कदे भी भंग नहीं हो सकते, चाहे एमरजेंसी 20 साल लगी रहे। ठीक है, ये गल याद रखने, पेपर के प्रश्न आया हुआ है कि किहड़े आर्टिकल ने ਜਿਹੜੇ ਐਮਰਜੈਂਸੀ का मतलब की ਹੁੰਦਾ जो राष्ट्रपति राज लग जाता, राष्ट्रपति राज लग जाता उन्होंने कह देंगे हैं, जिमें 1984 के लग्या सी। ठीक है, तो उवें जिमें एमरजेंसी टाइम मौलिक अधिकारां सस्पेंड हो जाते हैं, पर 19 ते 21 कदे सस्पेंड नहीं होंदा। उस समय राष्ट्रपति की शक्तियां बारे भी किहदे विच दस्सिया गया है, जर्मनी वाले ने दस्सिया गया। इस तो बाद साउथ अफ्रीका
ਸਾਊਥ ਅਫਰੀਕਾ ਵਾਲੇ ਨੇ ਕੀ ਦੱਸਣਾ, ਕਹਿੰਦੇ ਇਲੈਕਸ਼ਨ ਆਫ ਮੈਂਬਰ ਆਫ ਰਾਜ ਸਭਾ, ਜਿਹੜੀ ਰਾਜ ਸਭਾ ਦੀ ਨੋਮੀਨੇਸ਼ਨ ਦੀ ਗੱਲ ਤਾਂ ਕਰੀ ਗਈ ਹੈਗੀ ਆਪਣੇ ਦੂਸਰੇ ਹੋਰ ਆਰਟੀਕਲ ਦੇ ਵਿੱਚ, ਹੋਰ ਦੇਸ਼ ਨੇ ਕੀਤੀ ਹੈ। ਪਰ ਜਿਹੜੀ ਆਪਣੇ ਇਲੈਕਸ਼ਨ ਆਫ ਮੈਂਬਰ, ਜਿਹੜੀ ਆਪਾਂ ਇਲੈਕਸ਼ਨ ਕਰਨੀ ਹੈ, ਚੁਣਨਾ ਗਾ ਮੈਂਬਰ ਆਫ ਰਾਜ ਸਭਾ, ਉਹ ਆਪਾਂ ਸਾਊਥ ਅਫਰੀਕਾ ਤੋਂ ਲਿੱਤਾ ਗਾ। ਜਿਵੇਂ ਹੁਣ ਕੈਪਟਨ ਵਰਗੇ ਚੁਣ ਕੇ ਭੇਜਣਗੇ ਭਾਈ, ਸਾਡੇ 7 ਮੈਂਬਰ ਅਸੀਂ ਭੇਜੇ ਆ, ਉਹ ਕਿਹਦੇ ਅਨੁਸਾਰ ਭੇਜਣਗੇ, ਸਾਊਥ ਅਫਰੀਕਾ ਦੇ ਆਰਟੀਕਲ ਦੇ ਅਨੁਸਾਰ ਭੇਜਣਗੇ। ਇਸ ਤੋਂ ਬਾਅਦ ਸੋਵੀਅਤ, ਇਹਨੂੰ ਕਹਿੰਦੇ ਰਸ਼ੀਆ, ਠੀਕ ਹੈ। ਅਮੈਂਡਮੈਂਟ ਆਫ ਕੌਂਸਟੀਟਿਊਸ਼ਨ, ਕੌਂਸਟੀਟਿਊਸ਼ਨ ਦੇ ਵਿੱਚ ਕੋਈ ਵੀ ਅਮੈਂਡਮੈਂਟ ਕਰਨਾ ਹੈ, ਕੋਈ ਵੀ ਸੰਸ਼ੋਧਨ ਕਰਨਾ ਹੈ, ਉਹ ਵੀ ਆਪਾਂ ਕਿਹਤੋਂ ਲਿੱਤਾ, ਸਾਊਥ ਅਫਰੀਕਾ ਤੋਂ ਲਿੱਤਾ ਆਪਾਂ, ਠੀਕ ਹੈ। ਕਿਹੜੇ ਪਾਰਟ ਦੇ ਵਿੱਚ, ਪਾਰਟ 20 ਦੇ ਵਿੱਚ, ਆਰਟੀਕਲ 368 ਦੇ ਵਿੱਚ। ਇਸ ਤੋਂ ਬਾਅਦ ਆਪਾਂ ਰਸ਼ੀਆ ਤੋਂ ਆਪਾਂ ਕੀ ਲਿੱਤਾ, ਰਸ਼ੀਆ ਤੋਂ ਆਪਾਂ ਲਿੱਤੀਆਂ ਫੰਡਾਮੈਂਟਲ ਡਿਊਟੀਜ਼, ਫੰਡਾਮੈਂਟਲ ਡਿਊਟੀ 51A 'ਚ ਆ ਜਾਂਦੀਆਂ, ਪਾਰਟ 4A ਦੇ ਵਿੱਚ। ਕੈਨੇਡਾ ਤੋਂ ਆਪਾਂ ਕੀ ਲਿੱਤਾ, ਕੈਨੇਡਾ ਤੋਂ ਲਿੱਤਾ ਭਾਈ ਆਪਾਂ ਫੈਡਰਲਿਜ਼ਮ ਵਿਦ ਸਟਰੋਂਗ ਸੈਂਟਰਲ ਗੌਰਮੈਂਟ, ਕਿ 2 ਸਟੇਟਾਂ ਹੋਣਗੀਆਂ, ਇੱਕ ਆਪਣੀ ਸੈਂਟਰਲ ਗੌਰਮੈਂਟ ਹੋਊਗੀ ਅਤੇ ਇੱਕ ਹੋਊਗੀ ਸਟੇਟ ਗੌਰਮੈਂਟ। ਜਿਹੜੀ ਸੈਂਟਰਲ ਗੌਰਮੈਂਟ ਆ ਉਹਦੇ ਕੋਲ ਸਟੇਟ ਗੌਰਮੈਂਟ ਨਾਲੋਂ ਸ਼ਕਤੀਆਂ ਜ਼ਿਆਦਾ ਹੋਣਗੀਆਂ। ਰਾਜਪਾਲ ਦੀ ਨਿਯੁਕਤੀ ਵੀ ਕੌਣ ਕਰੂਗਾ, ਰਾਜਪਾਲ ਦੀ ਨਿਯੁਕਤੀ ਵੀ ਆਪਾਂ ਕੈਨੇਡਾ ਤੋਂ ਲੈਤੀ ਹੈ। ਇਸ ਤੋਂ ਬਾਅਦ ਸੈਂਟਰ ਅਪੋਇੰਟਮੈਂਟ ਆਫ ਗਵਰਨਰ ਆਫ ਸਟੇਟ, ਜਿਹੜੇ ਆਪਣੇ ਸਟੇਟਾਂ ਦੇ ਵਿੱਚ ਗਵਰਨਰ ਲੱਗੇ ਹੁੰਦੇ ਆ, ਠੀਕ ਹੈ, ਉਹ ਵੀ ਕੌਣ ਲਗਾਊਗੀ, ਉਹ ਵੀ ਸੈਂਟਰ ਸਰਕਾਰ ਲਗਾਊਗੀ। ਗਵਰਨਰ ਬਾਰੇ ਆਪਾਂ ਡਿਟੇਲ ਦੇ ਵਿੱਚ ਅੱਗੇ ਜਾ ਕੇ ਡਿਸਕਸ ਕਰਾਂਗੇ। ਜਿਹੜਾ ਗਵਰਨਰ ਹੁੰਦਾ ਇਹਦੀ ਪਾਵਰ ਰਾਸ਼ਟਰਪਤੀ ਦੇ ਬਰਾਬਰ ਹੁੰਦੀ ਹੈ, ਠੀਕ ਹੈ, ਰਾਸ਼ਟਰਪਤੀ ਦੇ ਬਰਾਬਰ ਹੁੰਦੀ ਹੈ ਗਵਰਨਰ ਦੀ ਪਾਵਰ। ਓਕੇ, ਜਿਵੇਂ PM ਆਪਣੀ ਰਿਪੋਰਟ ਜਾ ਕੇ ਰਾਸ਼ਟਰਪਤੀ ਕੋਲੇ ਪੇਸ਼ ਕਰਦਾ, ਉਵੇਂ ਜਿਵੇਂ CM ਆਪਣੀ ਸਾਰੀ ਰਿਪੋਰਟ ਜਾ ਕੇ ਕਿਹਦੇ ਕੋਲੇ ਪੇਸ਼ ਕਰਦਾ, ਗਵਰਨਰ ਕੋਲੇ ਪੇਸ਼ ਕਰਦਾ ਗਾ। ਇਹ ਵੀ ਕਿਸੇ ਦੀ ਸਜ਼ਾ ਘਟਾ ਵਧਾ ਸਕਦਾ, ਜਿਵੇਂ ਰਾਸ਼ਟਰਪਤੀ ਕੋਲੇ ਪਾਵਰ ਹੁੰਦੀ ਹੈ, ਇਹ ਫਾਂਸੀ ਦੀ ਸਜ਼ਾ ਵੀ ਮਾਫ਼ ਕਰ ਸਕਦਾ ਰਾਸ਼ਟਰਪਤੀ। ਪ੍ਰਸ਼ਨ ਆ ਜਾਂਦਾ ਕਿ ਰਾਸ਼ਟਰਪਤੀ ਫਾਂਸੀ ਦੀ ਸਜ਼ਾ ਮਾਫ਼ ਕਰ ਸਕਦਾ ਹੈ। ਇਹ ਕਿਸੇ ਦੀ ਸਜ਼ਾ ਘਟਾ ਵੀ ਸਕਦਾ ਅਤੇ ਕਿਸੇ ਦੀ ਸਜ਼ਾ ਵਧਾ ਵੀ ਸਕਦਾ ਹੈ। ਪਰ ਗਵਰਨਰ ਕੋਲ ਵੀ ਸੇਮ ਟੂ ਸੇਮ ਸ਼ਕਤੀਆਂ ਹੁੰਦੀਆਂ, ਪਰ ਇਹ ਫਾਂਸੀ ਦੀ ਸਜ਼ਾ ਨਹੀਂ ਮਾਫ਼ ਕਰ ਸਕਦਾ। ਵੈਸੇ ਇਹ ਸਜ਼ਾ ਘਟਾ ਜਾਂ ਵਧਾ ਸਕਦਾ ਗਾ, ਠੀਕ ਹੈ। ਇੱਕ ਗਵਰਨਰ ਦਾ ਹੋਰ ਕੀ ਰੂਲ ਹੁੰਦਾ ਹੈ, ਗਵਰਨਰ ਜਿਹੜੀ ਸਟੇਟ ਦਾ ਹੁੰਦਾ, ਉਹ ਸਟੇਟ ਦਾ ਕਦੇ ਵੀ ਗਵਰਨਰ ਨੂੰ ਗਵਰਨਰ ਨਹੀਂ ਲਾਇਆ ਜਾ ਸਕਦਾ। ਜਿਵੇਂ ਕਿ ਮੈਂ ਗਵਰਨਰ ਹੋਵਾਂ, ਮੈਂ ਪੰਜਾਬ ਦਾ ਰੈਜ਼ੀਡੈਂਸ ਹੋਵਾਂ, ਹੈ ਨਾ, ਮੈਨੂੰ ਕਦੇ ਵੀ ਸੈਂਟਰ ਸਰਕਾਰ ਪੰਜਾਬ ਦਾ ਗਵਰਨਰ ਨਹੀਂ ਲਾਊਗੀ, ਮੈਨੂੰ ਅਦਰ ਜਿਹੜੀਆਂ ਨੇ 27 ਸਟੇਟਾਂ ਉਹਦਾ ਗਵਰਨਰ ਲਾ ਦੂਗੀ, ਪਰ ਜਿਹੜੀ ਸਟੇਟ ਦਾ ਮੈਂ ਵਸਨੀਕ ਹੈ ਉਹਦਾ ਮੈਨੂੰ ਕਦੇ ਵੀ ਗਵਰਨਰ ਨਹੀਂ ਲਾਊਗੀ, ਠੀਕ ਹੈ ਜੀ। ਇਸ ਤੋਂ ਬਾਅਦ ਗੱਲ ਆ ਗਈ ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਆਪਾਂ ਕੀ ਲਿੱਤਾ, ਕੌਨਕਰੇਟਰ ਲਿਸਟ। ਇਹ ਆਪਾਂ ਪੜ੍ਹ ਕੇ ਗਏ ਹਾਂ, ਇੱਕ ਜੂਨੀਅਰ ਲਿਸਟ ਸੀ, ਇੱਕ ਸੈਂਟਰਲ ਲਿਸਟ ਸੀ, ਇੱਕ ਕੌਨਕਰੇਟਰ ਲਿਸਟ ਸੀ। ਜੂਨੀਅਰ ਲਿਸਟ ਦੇ ਵਿੱਚ ਸਾਰੇ ਫੈਸਲੇ ਕੇਂਦਰ ਸਰਕਾਰ ਬਣਾਉਂਦੀ ਹੈ, ਸੈਂਟਰ ਦੇ ਵਿੱਚ ਤਾਂ, ਅਤੇ ਜੂਨੀਅਰ ਦੇ ਵਿੱਚ ਸਾਰੇ ਫੈਸਲੇ ਗੌਰਮੈਂਟ ਸਰਕਾਰ ਬਣਾਉਂਦੀ ਹੈ। ਅਤੇ ਕੌਨਕਰੈਂਟ ਲਿਸਟ ਦੇ ਵਿੱਚ ਦੋਵੇਂ ਫੈਸਲੇ ਬਣਾ ਸਕਦੀਆਂ ਹੈਗੀਆਂ, ਸੈਂਟਰ ਪਲੱਸ ਸਟੇਟ ਸਰਕਾਰ ਮਿਲ ਕੇ ਦੋਨੇ ਕੀ ਬਣਾ ਸਕਦੀਆਂ ਹੈਗੀਆਂ, ਰੂਲ ਬਣਾ ਸਕਦੀਆਂ। ਤਾਂ ਕੌਨਕਰੈਂਟ ਲਿਸਟ ਕਿਤੋਂ ਲੈਤੀ ਸੀ ਆਪਾਂ, ਆਸਟ੍ਰੇਲੀਆ ਤੋਂ। ਜੁਆਇੰਟ ਸਿਟਿੰਗ ਆਫ 2 ਹਾਊਸਸ ਆਫ ਪਾਰਲੀਮੈਂਟ, ਆਰਟੀਕਲ 108 ਦੇ ਵਿੱਚ ਲਿਖਤਾ ਕਿ ਭਾਈ ਜਿਹੜੀ ਜੁਆਇੰਟ ਦੋਨੇ ਪਾਰਲੀਮੈਂਟ ਦੇ ਸੈਸ਼ਨ ਉਹਨੂੰ ਇਕੱਠਿਆ ਬੁਲਾਇਆ ਜਾ ਸਕਦਾ ਗਾ, ਰਾਜ ਸਭਾ ਅਤੇ ਵਿਧਾਨ ਸਭਾ, ਠੀਕ ਹੈ। ਇਹ ਆਸਟ੍ਰੇਲੀਆ ਤੋਂ ਲਿੱਤਾ ਗਿਆ ਕੌਨਕਰੈਂਟ ਲਿਸਟ, ਸਾਰੇ ਇੰਪੋਰਟੈਂਟ ਨੇ। ਫਰਾਂਸ ਤੋਂ ਕੀ ਲਿੱਤਾ ਵਾ, ਫਰਾਂਸ ਤੋਂ ਲਿੱਤਾ ਭਾਈ ਆਪਾਂ ਆਈਡੀਆ, ਲਿਬਰਟੀ, ਆਜ਼ਾਦੀ, ਇਕੁਅਲਿਟੀ, ਸਮਾਨਤਾ, ਪੈਟਰਨਿਟੀ, ਕਿ ਹਮੇਸ਼ਾ ਸਤਿਕਾਰ ਕਰਨਾ, ਰਿਪਬਲਿਕ ਕਿ ਲੋਕਾਂ ਦੁਆਰਾ ਸਰਕਾਰ ਚਾਹੁੰਦਾ, ਪ੍ਰਿੰਬਲ ਦੇ ਵਿੱਚ ਦੱਸੀਆਂ ਗਈਆਂ ਸਾਰੀਆਂ ਚੀਜ਼ਾਂ। ਇਸ ਤੋਂ ਬਾਅਦ ਗੌਰਮੈਂਟ ਜਿਹੜਾ ਇੰਡੀਆ ਐਕਟ ਆਪਣਾ 1935, ਇੱਥੇ 1935 ਲਿਖਣਾ ਸੀ, 1935, ਠੀਕ ਹੈ। ਇਹ ਤੋਂ ਕਿਹੜੇ ਲਿੱਤਾ ਗਿਆ, ਐਮਰਜੈਂਸੀ ਪ੍ਰੋਵੀਜ਼ਨ। ਐਮਰਜੈਂਸੀ ਕਿ ਮਤਲਬ ਜਦੋਂ ਵੀ ਆਪਾਂ ਐਮਰਜੈਂਸੀ ਲਾ ਸਕਦੇ, ਐਮਰਜੈਂਸੀ ਕੌਣ ਲਾ ਸਕਦਾ, ਰਾਸ਼ਟਰਪਤੀ ਲਾ ਸਕਦਾ। ਆਪਣੇ 3 ਐਮਰਜੈਂਸੀਆਂ ਹੁੰਦੀਆਂ, ਉਹਦੇ ਬਾਰੇ ਆਪਾਂ ਐਂਡ 'ਤੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਅਗਲੇ ਲੈਕਚਰ ਦੇ ਵਿੱਚ। ਇੱਕ ਤਾਂ ਆਰਟੀਕਲ 352 ਦੇ ਵਿੱਚ ਇੱਕ ਐਮਰਜੈਂਸੀ ਹੁੰਦੀ ਹੈ, ਇੱਕ 356 ਦੇ ਵਿੱਚ ਆਉਂਦੀ ਹੈ, ਇੱਕ ਆਉਂਦੀ ਹੈ 360 ਦੇ ਵਿੱਚ। 3 ਐਮਰਜੈਂਸੀਆਂ ਆਉਂਦੀਆਂ ਆਪਣੇ, ਠੀਕ ਹੈ, 352 ਤੋਂ ਲੈ ਕੇ 360 ਤੱਕ। ਇੱਕ ਸਟੇਟ ਐਮਰਜੈਂਸੀ ਹੁੰਦੀ ਹੈ, ਇੱਕ ਸੈਂਟਰ ਐਮਰਜੈਂਸੀ ਹੁੰਦੀ ਹੈ, ਇੱਕ ਆਪਣੀ ਇਕੋਨੋਮੀ ਵਾਲੀ ਹੁੰਦੀ ਹੈ, ਜਿਹਦੇ ਵਿੱਚ ਆਪਣਾ ਐਮਰਜੈਂਸੀ ਪੈਸੇ ਦੇ ਹਿਸਾਬ 'ਤੇ ਲੱਗਦੀ ਹੁੰਦੀ ਹੈ ਜਿਹੜੀ, ਠੀਕ ਹੈ। ਇਸ ਤੋਂ ਬਾਅਦ PSC, ਜਿਵੇਂ ਆਪਾਂ ਸਟੇਟ ਦੇ ਵਿੱਚ PCS ਦੀਆਂ ਪੋਸਟਾਂ ਨਿਕਲਦੀਆਂ, ਪਬਲਿਕ ਸਰਵਿਸ ਕਮਿਸ਼ਨ ਦੀਆਂ ਪੋਸਟਾਂ ਨਿਕਲਦੀਆਂ, ਉਹ ਵੀ ਆਪਣੇ ਗੌਰਮੈਂਟ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਆਪਾਂ ਇਹ ਭਰਤੀ ਕਰ ਸਕਦੇ ਹਾਂ। ਆਫਿਸ ਆਫ ਗਵਰਨਰ, ਗਵਰਨਰ ਦਾ ਆਫਿਸ ਬਾਰੇ ਦੱਸਿਆ ਗਿਆ ਹੈਗਾ। ਫੈਡਰਲ ਸਕੀਮ ਦਾ ਕੀ ਹੈ, ਮਤਲਬ ਦੋ ਪਾਵਰ ਅਲੱਗ ਅਲੱਗ ਕੰਮ ਕਰਨਗੇ, ਜੁਡੀਸ਼ਰੀ ਅਤੇ ਗੌਵਰਨਮੈਂਟ, ਠੀਕ ਹੈ। ਜਾਂ ਦੋ ਆਪਣੀ ਫੈਡਰਲ ਸਕੀਮ ਹੋਵੇਗੀ, ਸੈਂਟਰ ਦੇ ਵਿੱਚ ਹੋਰ ਗੌਰਮੈਂਟ ਹੋਵੇਗੀ, ਸਟੇਟ ਦੇ ਵਿੱਚ ਗੌਵਰਨਮੈਂਟ ਹੋਰ ਹੋਵੇਗੀ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਵੀ ਡਿਸਕਸ ਕਰ ਲਿਓ ਡਿਟੇਲ ਦੇ ਵਿੱਚ, ਲੈਕਚਰ ਬਹੁਤ ਲੰਬਾ ਹੈਗਾ। ਇੱਕ ਵਾਰੀ ਤੁਹਾਨੂੰ ਮੈਂ ਫਿਰ ਦੱਸਦਾ, ਤਾਂ ਦੇਖੋ ਧਿਆਨ ਨਾਲ ਦੇਖ ਲਓ, ਆਹ ਤੁਹਾਡੀ ਪੜ੍ਹੀ ਚੱਲੋ। ਠੀਕ ਹੈ ਜੀ। ਜੇ ਕਿਸੇ ਵੀ ਬੱਚੇ ਨੂੰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ, ਪੁੱਛ ਸਕਦਾ ਹੁੰਦਾ, ਐਡੀ ਕੋਈ ਚੱਕਰ ਵਾਲੀ ਗੱਲ ਨਹੀਂ। ਤੁਹਾਡਾ ਆਪਣੇ ਭਰਾ ਸਮਝ ਲਓ, ਠੀਕ ਹੈ, ਯਾਰ ਦੋਸਤ ਸਮਝ ਲਓ,
ਮਟਰ ਸਮਝ ਲਓ, ਠੀਕ ਹੈ, ਕੁਛ ਮਰਜ਼ੀ ਸਮਝ ਲਓ। ਉਹ ਮੈਂ ਨਾ ਅੱਜ ਨਹੀਂ ਤਾਂ ਮੈਂ ਹੋਰ ਵੀ ਮੈਂ ਲੈਕਚਰ ਲੰਬਾ ਲਾ ਦਿੰਦਾ, ਪਰ ਥੋੜ੍ਹਾ ਜਿਹਾ ਨਾ ਅੱਜ ਮੈਨੂੰ ਥੋੜ੍ਹਾ ਇੱਕ ਕੰਮ ਹੋ ਗਿਆ। ਅੱਜ ਨਾ ਉਹ ਆਪਣਾ ਨਛੱਤਰ ਰਾਈਏ ਤੋਂ ਅੱਜ ਬਾਬਾ ਉਮਰ ਸੀ, ਉਹਦੀ ਡੈਥ ਹੋ ਗਈ ਨਛੱਤਰ ਦੀ ਰਾਈਏ ਵਾਲੇ ਦੀ। ਅਤੇ ਉਮਰ ਤਾਂ ਹੈਗੀ ਸੀ ਉਹਦੀ ਘੱਟੋ ਘੱਟ 85-90 ਸਾਲ ਸੀ। ਉਹਦੇ ਪੋਤੇ ਨੇ ਫੋਨ ਕੀਤਾ ਅੱਜ ਮੈਨੂੰ, ਨਛੱਤਰ ਰਾਈਏ ਵਾਲੇ ਦੇ ਨੇ। ਕਹਿੰਦਾ ਬਾਈ, ਕਹਿੰਦਾ ਆਪਣਾ ਭੋਗ ਬਣਦਾ, ਕਹਿੰਦਾ ਉਹ ਫੋਨ ਲਾ ਕੇ ਕਹਿੰਦਾ ਆਪਣਾ ਭੋਗ ਜੁਮੇ ਦਾ ਬਣਦਾ। ਮੈਨੂੰ ਕਹਿੰਦਾ ਕੱਲ੍ਹ ਫੋਨ ਲਾਇਆ ਸੀ, ਕਹਿੰਦਾ ਆਪਣਾ ਭੋਗ ਜੁਮੇ ਦਾ ਬਣਦਾ। ਮੈਂ ਤੂੰ ਭੋਗ ਦੀ ਛੱਡ, ਮੈਂ ਕਿਹਾ ਤੂੰ ਐਂ ਦੱਸ ਕਿ ਭੋਗ ਦੇ ਵਿੱਚ ਕੀ ਬਣਦਾ। ਉਹਨੇ ਮੁੜ ਕੇ ਫੋਨ ਹੀ ਨਹੀਂ ਕਰਿਆ। ਉਹ ਮੈਂ ਪੁੱਛਿਆ, ਮੈਂ ਕਿਹਾ ਭੋਗ ਦੇ, ਉਹ ਕਹਿੰਦਾ ਭੋਗ ਜੁਮੇ ਦਾ ਬਣਦਾ ਕਿ ਸ਼ੁੱਕਰਵਾਰ ਦਾ ਬਣਦਾ। ਮੈਂ ਕਿਹਾ ਭੋਗ 'ਚ ਕੀ ਬਣਦਾ ਗਾ, ਕਿ ਕੋਈ ਬਣ ਰਿਹਾ ਲੱਡੂ ਜਲੇਬੀ ਕਿ ਨਹੀਂ, ਕਿਉਂਕਿ ਉਮਰ ਬਹੁਤ ਹੋ ਗਈ ਸੀ ਹੁਣ। ਅਤੇ ਕਹਿੰਦਾ ਬਣ ਰਿਹਾ, ਕਹਿੰਦਾ ਆ ਜਾਓ, ਠੀਕ ਹੈ। ਅਤੇ ਤਾਂ ਕਰਕੇ ਪੁੱਤਰੋ ਥੋੜ੍ਹਾ ਜਿਹਾ ਪ੍ਰੋਸੈਸ ਬਿਜੀ ਹੋਇਆ ਪਿਆ ਗਾ। ਅਤੇ ਕੋਈ ਗੱਲ ਨਹੀਂ, ਲੈਕਚਰ ਸਾਰੇ ਪਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ। ਮੈਂ ਤਾਂ ਟੈਨਸ਼ਨ ਨਾਲ ਸਿਲੇਬਸ ਮੈਂ ਤਾਂ ਨਿਬੇੜ ਦੂੰਗਾ ਜਦੋਂ ਆਪਾਂ ਜ਼ਿੰਮੇਵਾਰੀ ਲੈ ਲਈ ਹੈ ਨਾ। ਇੰਨੀ ਤਾਂ ਆਪਾਂ ਜਵਾਬ ਤਾਂ ਹੈ ਨਹੀਂ ਕਿ ਜ਼ਿੰਮੇਵਾਰੀ ਲੈ ਕੇ ਭੱਜਾਂਗੇ। ਅਤੇ ਕੋਈ ਗੱਲ ਨਹੀਂ, ਆਪਾਂ ਸਾਰਾ ਕੁਛ ਕਰਾਂਗੇ ਆਪਾਂ ਡਿਟੇਲ ਦੇ ਵਿੱਚ। ਅਤੇ ਬਸ ਆਹ ਥੋੜ੍ਹੇ ਕੁ ਦਿਨ 2-4 ਦਿਨ ਹੋਰ ਥਿਊਰੀ ਪੜ੍ਹ ਲਓ। ਅਤੇ ਬਾਕੀ ਗੱਲ ਰਹੀ ਭੂਗੋਲ ਦੇ ਵਿੱਚ ਬਾਹਲੇ ਬੱਚਿਆਂ ਨੇ ਸ਼ਿਕਾਇਤ ਸੀ ਕਿ ਸਰ ਸਾਨੂੰ ਥਿਊਰੀ ਨਾ ਕਰਵਾਓ, MCQ ਕਰਵਾਓ। ਤਾਂ ਮੈਂ MCQ ਕਰਵਾਊਂਗਾ। ਮੈਂ ਇੱਕ ਵਾਰ ਨਾ ਥਿਊਰੀ ਦਾ ਪਤਾ ਕੀ ਚੱਕਰ ਹੁੰਦਾ, ਥਿਊਰੀ ਸਮਝ ਲਈ ਦੀ ਹੁੰਦੀ ਹੈ। ਬਾਅਦ ਵਿੱਚ ਪੇਪਰ 'ਤੇ ਜਾ ਕੇ ਮੈਨੂੰ ਪਤਾ ਤੁਸੀਂ ਬਾਅਦ ਵਿੱਚ ਫਿਰ ਗੁੱਸਾ ਨਾ ਕਰੋ, ਫਿਰ ਤੁਸੀਂ ਪੱਖਿਆਂ ਵਿੱਚ ਜਾ ਕੇ ਮੁੜਨਾ, ਫਿਰ ਤੁਸੀਂ ਕਹਿ ਦੇਣਾ ਕਿ ਮਾਸਟਰ ਨੇ ਆਹ ਨਹੀਂ ਕਰਾਇਆ। ਹੁਣ ਤੁਸੀਂ ਆਪ ਨਹੀਂ ਹਿੰਡ ਛੱਡਦੇ, ਹੁਣ ਤੁਸੀਂ ਕਹਿੰਦੇ MCQ ਕਰਵਾ ਦਿਓ। MCQ ਦੇ ਵਿੱਚ ਅੱਧੀਆਂ ਚੀਜ਼ਾਂ ਕਵਰ ਹੋਣਗੀਆਂ ਅਤੇ ਮੁੜ ਕੇ ਉੱਥੇ ਮੌਕੇ ਜਾ ਕੇ ਭੁੱਲ ਜਾਓਗੇ। ਤਾਂ ਕਰਕੇ ਪਹਿਲਾਂ ਥਿਊਰੀ ਪੜ੍ਹ ਲਈ ਦੀ ਹੁੰਦੀ ਹੈ, ਥਿਊਰੀ ਦੇ ਵਿੱਚ ਅੱਧੀਆਂ ਚੀਜ਼ਾਂ ਕਵਰ ਹੋ ਜਾਏ। ਆਪਾਂ ਕਿਹੜਾ ਰੋਜ਼ ਥਿਊਰੀ ਪੜ੍ਹਨੀ ਹੈ ਹੁਣ। ਇਸ ਤੋਂ ਬਾਅਦ ਬਸ ਥਿਊਰੀਆਂ ਬਣ ਗਈਆਂ, ਮੁੜ ਕੇ ਦੋ ਵਾਰ ਕੋਈ ਵੀ ਪੇਪਰ ਦੇਣਾ ਚੁੱਪ ਕਰਕੇ MCQ ਚੱਕੀ ਚੱਲਿਓ। ਥਿਊਰੀ ਇੱਕ ਵਾਰੀ ਰੀਡ ਕਰ ਲਿਆ ਕਰੋ, ਠੀਕ ਹੈ। ਇੱਕ ਪੈਟਰਨ ਪਤਾ ਲੱਗ ਜਾਂਦਾ ਹੁੰਦਾ। ਮੰਨ ਲਓ ਤੁਸੀਂ ਐਂ ਦੇਖੋ, ਆਪਾਂ ਨੂੰ ਕਿਸੇ ਬੰਦੇ ਨੇ ਆ ਕੇ ਆਪਾਂ ਕਿਸੇ ਰੌਲੇ 'ਚ ਗਏ ਹਾਂ, ਠੀਕ ਹੈ, ਆਪਾਂ ਕਿਸੇ ਰੌਲੇ 'ਚ ਗਏ ਹਾਂ। ਹੁਣ ਅਗਲੇ ਨੇ ਆਪਾਂ ਨੂੰ ਜਾ ਕੇ ਪਹਿਲਾਂ ਤਾਂ ਅਗਲਾ ਸਾਰੀ ਗੱਲ ਦੱਸੂਗਾ, ਆਪਾਂ ਸਾਰੀ ਥਿਊਰੀ ਦੱਸੂਗੀ ਕੀ ਗੱਲ ਹੋਈ ਸੀ ਭਾਈ, ਕਿਹੜੀ ਗੱਲੋਂ ਸਾਡੀ ਕੁੜੀ ਲੜੀ ਹੈ, ਕਿਹੜੀ ਗੱਲੋਂ ਸਾਡਾ ਮੁੰਡਾ ਲੜਿਆ, ਠੀਕ ਹੈ ਨਾ। ਸਾਰੀ ਗੱਲ ਪਹਿਲਾਂ ਆਪਣੇ ਕੋਲ ਦੱਸੂਗਾ। ਫਿਰ ਆਪਾਂ ਉਹਨਾਂ ਤੋਂ ਕੁਐਸਚਨ ਪੁੱਟ ਕਰਾਂਗੇ, ਭਾਈ ਤੁਸੀਂ ਐਂ ਕਿਉਂ ਕੀਤਾ, ਤੁਸੀਂ ਐਂ ਕਿਉਂ ਕੀਤਾ, ਠੀਕ ਹੈ। ਫਿਰ ਹੀ ਆਪਾਂ ਨਤੀਜੇ 'ਤੇ ਪਹੁੰਚਾਂਗੇ। ਜੇ ਹੁਣ ਡਾਇਰੈਕਟ ਹੀ ਮੈਂ ਜਾ ਕੇ ਉੱਥੇ ਅਗਲੀ ਲੜਾਈ ਹੋਈ ਪਈ, ਡਾਇਰੈਕਟ ਹੀ ਜਾ ਕੇ ਕੁਐਸਚਨ ਪੁੱਛਣ ਲੱਗ ਜਾਂਗੇ ਇੱਥੋਂ ਐਂ ਕਰਨਾ, ਤਾਂ ਉਹ ਗੱਲ ਬਣਨੀ ਨਹੀਂ, ਠੀਕ ਹੈ। ਤਾਂ ਕਰਕੇ ਆਪਾਂ ਨੂੰ ਕੋਈ ਵੀ ਚੀਜ਼ ਕੱਢਣੀ ਹੈ, ਪਹਿਲਾਂ ਆਪਾਂ ਨੂੰ ਉਹ ਚੀਜ਼ ਦੀ ਥਿਊਰੀ ਪਤਾ ਹੋਣੀ ਚਾਹੀਦੀ, ਫਿਰ ਅੱਗੇ ਵਧਣਾ ਚਾਹੀਦਾ ਆਪਾਂ ਨੂੰ, ਠੀਕ ਹੈ। ਅਤੇ ਇੰਨਾ ਭੱਜੂ ਨਾ ਕਰਿਆ ਕਰੋ। ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ, ਜਿੰਨਾ ਚਿਰ ਆਪਣੀ ਨੀਂਹ ਨਹੀਂ ਮਜ਼ਬੂਤ ਹੁੰਦੀ ਨਾ, ਉਹਨਾਂ ਚਿਰ ਤਾਂ ਛੱਤ ਪਾਏ ਦਾ ਕੋਈ ਫਾਇਦਾ ਨਹੀਂ ਹੈਗਾ। ਚੰਗੀ ਤਰ੍ਹਾਂ ਪਹਿਲਾਂ ਨੀਂਹ ਮਜ਼ਬੂਤ ਕਰ ਲਈ ਦੀ ਹੁੰਦੀ ਆਪਣੀ, ਫਿਰ ਆਪਾਂ ਅੱਗੇ ਵਧਣਾ ਗਾ। ਮੁੜ ਕੇ ਛੱਤ ਡਿੱਗ ਵੀ ਫਿਰ ਕੀ ਫਾਇਦਾ। ਜਿੰਨਾ ਕੁ ਚੀਜ਼ ਕਰਨੀ ਹੈ, ਦੇਖੋ ਆਪਣਾ ਸਿਲੇਬਸ ਆ ਜਿਹੜਾ ਐਡਾ ਇੱਕ ਸਮੁੰਦਰ ਆਪਣਾ ਸਿਲੇਬਸ, ਜੇ ਆਪਾਂ ਇੰਨਾ ਵੀ ਕਰ ਲਿਆ ਨਾ ਪੂਰੀ ਚੰਗੀ ਤਰ੍ਹਾਂ ਪੱਥਰ 'ਤੇ ਲਕੀਰ ਕਰ ਲਿਆ, ਤਾਂ ਆਪਾਂ ਨੂੰ ਇਹੀ ਪਾਸ ਕਰਵਾ ਦੂਗਾ। ਜੇ ਆਪਾਂ ਇੰਨਾ ਕਰ ਲਿਆ ਸਾਰਾ, ਆਪਾਂ ਜ਼ਿਆਦਾ ਆਪਣੇ ਕਿਤੇ ਇੱਥੇ ਥੋੜ੍ਹੀ ਜਿਹੀ ਲੈਣ, ਇੱਥੋਂ ਜ਼ਿਆਦਾ ਥੋੜ੍ਹੀ ਇੱਥੋਂ ਲੈਣਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਜਿੰਨਾ ਵੀ ਕਰਨਾ ਹੈ ਪੱਕੀ ਤਰ੍ਹਾਂ ਕਰਕੇ ਫਿਰ ਅੱਗੇ ਵਧੋ। ਮੇਰਾ ਇਹੀ ਰੂਲ ਰਿਹਾ ਹੁਣ ਤੱਕ। ਜੇ ਮੈਂ ਕੋਈ ਪੇਪਰ ਦੇਊਂਗਾ ਨਾ ਤੁਹਾਨੂੰ, ਮੈਂ ਪੇਪਰ ਮੈਂ ਕਲੀਅਰ ਕਰਕੇ ਸਪੈਸ਼ਲ ਪਾਊਂਗਾ ਹੁਣ, ਠੀਕ ਹੈ। ਪਹਿਲਾਂ ਮੈਨੂੰ ਤੁਹਾਨੂੰ ਦੱਸਿਆ ਕਿ ਪਹਿਲਾਂ ਮੈਨੂੰ ਸ਼ੌਂਕ ਨਹੀਂ ਸੀ, ਹੁਣ ਮੈਂ ਕੋਈ ਵੀ ਪੇਪਰ ਕਲੀਅਰ ਕਰੂੰਗਾ ਨਾ, ਮੈਂ ਤੁਹਾਨੂੰ ਨਾਲ ਦੇ ਨਾਲ ਹੀ ਇਹ 'ਤੇ ਪਾਊਂਗਾ, ਠੀਕ ਹੈ। ਆਪਦਾ ਕੀ ਐਂ ਕਰਕੇ ਪੇਪਰ ਕਲੀਅਰ ਹੁੰਦਾ ਗਾ, ਠੀਕ ਹੈ ਨਾ। ਹਮੇਸ਼ਾ ਵੀ ਕੋਈ ਵੀ ਚੀਜ਼ ਪੱਕੀ ਕਰਨੀ ਹੈ, ਪਹਿਲਾਂ ਪੂਰੀ ਚੰਗੀ ਤਰ੍ਹਾਂ ਪੱਕੀ ਕਰਕੇ ਫਿਰ ਅੱਗੇ ਜਾਓ। ਹੁਣ ਮੇਰੇ ਸਾਰੀਆਂ ਚੀਜ਼ਾਂ ਪੱਕੀ ਤਰ੍ਹਾਂ ਯਾਦ ਹੈ। ਜੇ ਮੈਂ ਕਦੇ ਮੰਨ ਲਓ ਮੈਂ ਕਦੇ ਨਹੀਂ, ਮੈਂ ਬਹੁਤ ਘੱਟ ਰਿਵੀਜ਼ਨ ਕਰਕੇ ਪੜ੍ਹਾਉਣਾ ਤੁਹਾਨੂੰ, ਠੀਕ ਹੈ। ਮੈਂ ਸਿਰਫ ਬਣਾ ਕੇ ਨਾ ਆਪਦੇ ਕੋਲ ਸਾਰੇ ਨੋਟਸ ਸਿੱਧਾ ਤੁਹਾਨੂੰ ਡਾਇਰੈਕਟ ਪੜ੍ਹਾ ਦਿੰਦਾ, ਬਹੁਤ ਘੱਟ ਰਿਵੀਜ਼ਨ ਕਰਦਾ, ਕਿਉਂਕਿ ਮੈਂ ਪਹਿਲਾਂ ਪੱਕੀ ਤਰ੍ਹਾਂ ਕਰੀਆਂ ਹੋਈਆਂ ਰਿਵੀਜ਼ਨ। ਚਲੋ ਮੰਨਦੇ ਆ ਜੋੜ ਘਟਾਓ 'ਚ ਕਦੇ ਰੀਜ਼ਨਿੰਗ ਦੇ ਵਿੱਚ ਮਾੜੀ ਮੋਟੀ ਜੋੜ ਘਟਾਓ ਦੇ ਵਿੱਚ ਮਿਸਟੇਕ ਹੋ ਸਕਦੀ ਹੈ, ਕਿਉਂਕਿ ਉਹ ਜਿਹੜਾ ਵੱਡਾ ਹੋ ਜਾਂਦੇ, ਕਾਹਲੀ 'ਚ ਨਹੀਂ ਪਤਾ ਲੱਗਦਾ ਕਈ ਵਾਰੀ, ਠੀਕ ਹੈ। ਦੇ ਪਰ ਇਹ ਮਾੜੀ ਮੋਟੀ ਗਲਤੀ ਤਾਂ ਰਹੀ ਜਾਂਦੀ ਹੁੰਦੀ ਹੈ, ਪਰ ਮੈਂ ਆਪਣੀ ਗਲਤੀ ਬਾਅਦ 'ਚ ਦੇਖਦਾ ਵੀ ਨਾ, ਕਿਸੇ ਪਾਸੋਂ ਕੋਈ ਰਹੀ ਤਾਂ ਨਹੀਂ, ਬਹੁਤ ਘੱਟ ਗੁੰਜਾਇਸ਼ ਹੁੰਦੀ ਹੈ ਗਲਤੀ ਦੀ, ਠੀਕ ਹੈ। ਅਤੇ ਬਾਕੀ ਭਾਈ ਤੁਸੀਂ ਆ ਸਾਰੇ ਯਾਦ ਕਰ ਲਿਓ ਚੰਗੀ ਤਰ੍ਹਾਂ ਨਾਲ, ਠੀਕ ਹੈ। PDF ਤੁਹਾਨੂੰ ਮਿਲ ਜੂਗਾ, ਅਤੇ ਰੋਕ ਕੇ ਲੈਕਚਰ ਲਾਉਣਾ ਸਾਰਿਆਂ ਨੇ, ਠੀਕ ਹੈ ਜੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ।